ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ ਇੰਦਰ ਐਂਡ ਕੀਰਤ। ਸੋ ਅੱਜ ਹੈਗਾ ਦਿਲ ਦੀਆਂ ਗੱਲਾਂ ਦਾ ਐਪੀਸੋਡ ਨੰਬਰ 11। ਸੋ ਅੱਜ ਆਪਾਂ ਗੱਲ ਕਰਾਂਗੇ ਫਾਰਮਰਸ ਦੀ, ਕਿਸਾਨਾਂ ਦੀ, ਕਿਉਂਕਿ ਅਸੀਂ ਵੀ ਫਾਰਮਿੰਗ ਬੈਕਗਰਾਉਂਡ ਚੋਂ ਆਉਣੇ ਆ। ਸਾਡੇ ਜਿਹੜੇ ਮਾਪਿਓ ਨੇ ਉਹ ਵੀ ਖੇਤੀ ਕਰਦੇ ਆ। ਸੋ ਫਾਰਮਰਸ ਲਈ ਜਿਹੜੀ ਗਵਰਨਮੈਂਟ 3 ਬਿੱਲ ਲੈ ਕੇ ਆਈ ਆ ਉਹ ਕਿਹੜੇ ਆ, ਪਹਿਲਾਂ ਤਾਂ ਆਪਾਂ ਉੱਥੋਂ ਸ਼ੁਰੂ ਕਰਦੇ ਹਾਂ। ਹੌਲੀ ਹੌਲੀ ਤੁਹਾਨੂੰ ਡਿਟੇਲ 'ਚ ਦੱਸਾਂਗੇ ਵੀ ਕਿੱਦਾਂ ਕੀ ਚੀਜ਼ ਇਫੈਕਟ ਕਰ ਰਹੀ ਆ ਕਿਸਾਨਾਂ ਨੂੰ। ਪਹਿਲਾਂ ਆਪਾਂ ਬਿਲਸ ਬਾਰੇ ਡਿਸਕਸ ਕਰਦੇ ਹਾਂ। ਸੋ ਜਿਹੜਾ ਪਹਿਲਾ ਬਿੱਲ ਹੈਗਾ ਆ ਉਹਦਾ ਨਾਮ ਹੈਗਾ ਆ ਦਾ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ। ਸੋ ਇਸ ਬਿੱਲ ਦੇ ਵਿੱਚ ਸਰਕਾਰ ਨੇ ਐਦਾਂ ਕਿਹਾ ਕਿ ਜਿਹੜਾ ਕਿਸਾਨ ਆ ਉਹ ਆਪਣੀ ਜਿਹੜੀ ਫਸਲ ਆ ਉਹ ਕਿਤੇ ਵੀ ਜਾ ਕੇ ਵੇਚ ਸਕਦਾ। ਠੀਕ ਹੈ, ਬੇਸਿਕਲੀ ਉਹਨਾਂ ਨੇ ਇਹ ਕਿਹਾ ਵੀ ਤੁਹਾਨੂੰ ਖੁੱਲ੍ਹ ਆ ਕਿਸਾਨਾਂ ਨੂੰ, ਤੁਸੀਂ ਆਪਣੀ ਫਸਲ ਕਿਤੇ ਵੀ ਜਾ ਕੇ ਵੇਚ ਸਕਦੇ ਹੋ, ਤੁਹਾਡੇ ਤੇ ਕੋਈ ਰੋਕ ਟੋਕ ਨਹੀਂ ਹੈਗੀ। ਤੇ ਉਹ ਕਹਿ ਰਹੇ ਨੇ ਕਿ ਅਸੀਂ ਮੰਡੀਆਂ ਬੰਦ ਨਹੀਂ ਕਰ ਰਹੇ, ਮੰਡੀਆਂ ਖੁੱਲੀਆਂ ਹੋਣਗੀਆਂ, ਬਟ ਤੁਸੀਂ ਆਪਣੀ ਫਸਲ ਵੀ ਕਿਤੇ ਵੀ ਵੇਚ ਸਕਦੇ ਹੋ। ਬਟ ਫਸਾਇਆ ਇੱਦਾਂ ਗਿਆ ਕਿ ਤੁਹਾਨੂੰ ਕਿਹਾ ਗਿਆ ਵੀ ਤੁਸੀਂ ਆਪਣੀ ਫਸਲ ਕਿਤੇ ਵੀ ਵੇਚੋ ਤਾਂ ਪ੍ਰਾਈਵੇਟ ਕੰਪਨੀਆਂ ਆਉਣਗੀਆਂ, ਉਹ ਤੁਹਾਡੇ ਮੰਡੀਆਂ ਦੇ ਸਾਹਮਣੇ ਇੱਕ ਹੋਰ ਜਿਹੜੀ ਕੰਪਨੀਆਂ ਖੋਲਣਗੀਆਂ, ਆਪਣੇ ਸਟੋਰਸ ਖੋਲਣਗੀਆਂ। ਜਿਵੇਂ ਜਿਹੜੀਆਂ ਕੰਪਨੀਆਂ ਆਉਣਗੀਆਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਮਾਰਕੀਟ ਫੀਸ ਨਹੀਂ ਦੇਣੀ ਹੈਗੀ, ਤੁਸੀਂ ਜਿਵੇਂ ਮੰਡੀਆਂ 'ਚ ਮਾਰਕੀਟ ਫੀਸ ਲੱਗਦੀ ਹੁੰਦੀ ਹੈ, ਬਟ ਉਹਨਾਂ ਨੇ ਮਾਰਕੀਟ ਫੀਸ ਨਹੀਂ ਦੇਣੀ ਹੈਗੀ। ਸੋ ਜਿਵੇਂ ਕਿ ਉਹ 15% ਮਾਰਕੀਟ ਫੀਸ ਦਿੰਦੇ ਸੀਗੇ ਤਾਂ ਉਹ 7% ਕਿਸਾਨ ਨੂੰ ਐਕਸਟਰਾ ਦੇ ਦਿਆ ਕਰਨਗੇ। ਤਾਂ ਉਹ ਇੱਦਾਂ ਹੋਇਆ ਕਰੂਗੀ ਜਿਵੇਂ ਮੰਡੀ 'ਚ 1800 ਰੁਪਏ ਫਸਲ ਵਿਕਦੀ ਹੈ, ਪਰ ਜਿਹੜੀ ਬਾਹਰ ਜਿਹੜੀਆਂ ਸਟੋਰਸ ਹੋਣਗੇ ਕੰਪਨੀਆਂ ਦੇ, ਉਹ ਕਹਿਣਗੇ ਜੀ, ਕਿਸਾਨਾਂ ਨੂੰ ਕਹਿਣਗੇ ਤੁਸੀਂ ਸਾਡੇ ਕੋਲੇ ਆਓ, ਅਸੀਂ ਤੁਹਾਡੀ ਮਹਿੰਗੀ ਖਰੀਦਦੇ ਹਾਂ, ਠੀਕ ਆ, ਅਸੀਂ ਤੁਹਾਨੂੰ 100 ਰੁਪਇਆ ਵੱਧ ਦਿੰਦੇ ਹਾਂ, 200 ਰੁਪਇਆ ਵੱਧ ਦਿੰਦੇ ਹਾਂ। ਤਾਂ ਕਿਸਾਨ ਕੀ ਕਰੂਗਾ, ਕਿਸਾਨ ਆਪਣੀ ਫਸਲ ਉਧਰ ਵੇਚੂਗਾ ਜਿੱਧਰ ਉਹਨੂੰ 2000 ਰੁਪਇਆ ਮਿਲਦਾ, ਉਹ 1800 ਨੂੰ ਕਿਉਂ ਵੇਚੂਗਾ? ਡੈਫੀਨੇਟਲੀ ਹਰ ਇੱਕ ਬੰਦਾ ਪ੍ਰੋਫਿਟ ਬਾਰੇ ਸੋਚਦਾ, ਠੀਕ ਆ। ਤਾਂ ਉਹ 2000 ਨੂੰ ਵੇਚੂਗਾ, 1 ਸਾਲ ਵੇਚ ਲੂਗਾ, 2 ਸਾਲ ਵੇਚ ਲੂਗਾ। ਦੂਜੇ ਤੀਜੇ ਸਾਲ ਸਰਕਾਰ ਕੀ ਕਰੂਗੀ ਕਿ ਜਿਹੜੀਆਂ ਮੰਡੀਆਂ ਦਾ ਜਿਹੜਾ ਰਿਕਾਰਡ ਆ ਉਹ ਖੋਲੋ। ਜਦੋਂ ਚੀਜ਼ ਖੁੱਲੂਗੀ, ਜਦੋਂ ਕਾਗਜ਼ਾਂ 'ਚ ਆਊਗੀ ਕਿ ਹਾਂ ਮੰਡੀਆਂ ਨੂੰ ਤਾਂ ਨੁਕਸਾਨ ਹੋ ਰਿਹਾ, ਠੀਕ ਆ, ਮੰਡੀਆਂ ਨੂੰ ਤਾਂ ਪ੍ਰੋਫਿਟ ਹੀ ਨਹੀਂ ਹੋ ਰਿਹਾ, ਕੋਈ ਮੰਡੀਆਂ ਨੂੰ ਨੁਕਸਾਨ ਹੋ ਰਿਹਾ, ਮੰਡੀ 'ਚ ਕੋਈ ਫਸਲ ਹੀ ਨਹੀਂ ਸੁੱਟ ਰਿਹਾ, ਤਾਂ ਉਦੋਂ ਉਹ ਮੰਡੀਆਂ ਬੰਦ ਕੀਤੀਆਂ ਜਾਣਗੀਆਂ। ਹੁਣ ਨਹੀਂ ਕਰ ਰਹੇ ਉਹ ਇਹ ਤਰੀਕਾ ਫਸਾਉਣ ਦਾ, ਉਦੋਂ ਉਹ ਮੰਡੀ ਬੰਦ ਕਰਨਗੇ। ਸੋ ਉਦੋਂ ਮੰਡੀਆਂ ਬੰਦ ਕਰਨਗੇ ਤੇ ਉਦੋਂ ਆਪਾਂ ਨੂੰ ਸਭ ਤੋਂ ਵੱਡਾ ਨੁਕਸਾਨ ਹੋਊਗਾ। ਉਦੋਂ ਜਦੋਂ ਮੰਡੀਆਂ ਬੰਦ ਹੋ ਜਾਣੀਆਂ, ਕਿਸਾਨ ਕੋਲ ਸਿਰਫ ਇੱਕ ਹੀ ਆਪਸ਼ਨ ਹੋਊਗੀ, ਪ੍ਰਾਈਵੇਟ ਕੰਪਨੀਆਂ ਨੂੰ ਫਸਲ ਵੇਚਣਾ। ਸੋ ਜਦੋਂ ਪ੍ਰਾਈਵੇਟ ਕੰਪਨੀਆਂ ਕੋਲੇ ਆਪਾਂ ਜਾਵਾਂਗੇ, ਉਸ ਟਾਈਮ 2-3 ਸਾਲਾਂ ਬਾਅਦ ਜਾਵਾਂਗੇ ਕਿ ਆਹ ਲਓ ਜੀ ਸਾਡੀ ਫਸਲ ਆ ਗਈ, ਤੁਸੀਂ 2000 ਰੁਪਇਆ ਕਿਹਾ ਸੀਗਾ ਤੇ ਸਾਨੂੰ 2000 ਰੁਪਇਆ ਦਿਓ, ਵੀ 2000 ਰੁਪਇਆ ਕੁਇੰਟਲ ਦਿਓ, ਤਾਂ ਉਦੋਂ ਤੁਹਾਨੂੰ 2000 ਨਹੀਂ ਮਿਲੂ, ਉਦੋਂ ਤੁਹਾਨੂੰ ਮਿਲੂਗਾ ਘੱਟ ਤੋਂ ਘੱਟ ਪ੍ਰਾਈਸ, ਠੀਕ ਆ। ਉਦੋਂ ਆਪਾਂ ਇਫੈਕਟ ਕਰਾਂਗੇ ਇਸ ਚੀਜ਼ ਨਾਲ, ਉਦੋਂ ਆਪਾਂ ਨੂੰ ਬਹੁਤ ਵੱਡਾ ਇਫੈਕਟ ਹੋਊਗਾ ਤੇ ਆਪਣੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਹੋਊਗਾ। ਜਿਵੇਂ ਆਲੂ ਕਿਸਾਨਾਂ ਨੇ ਸੜਕਾਂ ਤੇ ਸੁੱਟੇ ਸੀ, ਫਿਰ ਉਹੀ ਟਾਈਮ ਆ ਜਾਊਗਾ ਆਪਾਂ ਨੂੰ ਆਪਣੀਆਂ ਫਸਲਾਂ ਵੀ ਸੜਕਾਂ ਤੇ ਸੁੱਟਣੀਆਂ ਪੈ ਜਾਣਗੀਆਂ। ਕਈ ਲੋਕਾਂ ਨੂੰ ਲੱਗਦਾ ਕਿ ਨਹੀਂ ਇਹ ਬਿੱਲ ਠੀਕ ਆ, ਵਧੀਆ ਆ, ਪਰ ਤੁਸੀਂ ਫਿਊਚਰ ਬਾਰੇ ਨਹੀਂ ਸੋਚ ਰਹੇ, ਤੁਸੀਂ ਅੱਗੇ ਬਾਰੇ ਨਹੀਂ ਸੋਚ ਰਹੇ, ਜਾਂ ਫਿਰ ਤੁਹਾਨੂੰ ਇੰਨੀ ਨੌਲੇਜ ਹੈ ਨਹੀਂ ਇਸ ਬਾਰੇ। ਇਹ ਜਾਂ ਤਾਂ ਬਿੱਲ ਪਹਿਲਾਂ ਨਾ ਆਇਆ ਹੋਵੇ, ਕੋਈ ਨਵੀਂ ਚੀਜ਼ ਆਈ ਹੋਵੇ। ਪਹਿਲਾਂ ਬਿਹਾਰ 'ਚ ਆਲਰੇਡੀ ਲਾਗੂ ਹੋ ਚੁੱਕਿਆ, ਉੱਥੇ 8-8 ਕਿੱਲੇ ਵਾਲੇ, 10-10 ਕਿੱਲੇ ਵਾਲੇ ਜਿਹੜੇ ਬਿਹਾਰ 'ਚ ਜਿਹੜੇ ਫਾਰਮਰਸ ਨੇ, ਉਹ ਆਪਣੇ ਕੋਲ ਜਿਹੜੇ 2-2 ਕਿੱਲੇ ਵਾਲੇ ਫਾਰਮਰਸ ਹੁੰਦੇ ਨੇ ਜਾਂ 3-3 4-4 ਕਿੱਲੇ ਵਾਲੇ ਫਾਰਮਰਸ ਨੇ, ਉੱਥੇ ਦੇ 8-10 ਕਿੱਲੇ ਵਾਲਾ ਫਾਰਮਰ ਉਹਦੇ ਅੰਡਰ ਕਿਉਂ ਕੰਮ ਕਰਨਾ ਹੁੰਦਾ, ਮਜ਼ਦੂਰੀ ਕਿਉਂ ਕਰਨਾ ਹੁੰਦਾ? ਇਹੀ ਰੀਜ਼ਨ ਆ ਕਿ ਉੱਥੇ ਇਹ ਚੀਜ਼ਾਂ ਖਤਮ ਕਰਤੀਆਂ ਸਰਕਾਰ ਨੇ। ਇਹ ਜਿਹੜਾ ਬਿੱਲ ਪਾਸ ਹੋਇਆ ਸੀ ਬਿਹਾਰ ਦੇ ਵਿੱਚ 2006 ਦੇ ਵਿੱਚ ਹੋਇਆ ਸੀਗਾ, ਪਰ ਉੱਥੇ ਕਿੰਨਾ ਨੁਕਸਾਨ ਹੋਇਆ ਬਿੱਲ ਕਰਕੇ ਤਾਂ ਸਮਝ ਨਹੀਂ ਆ ਰਹੀ ਵੀ ਇਹੀ ਪੰਜਾਬ ਦੇ ਵਿੱਚ ਹੁਣ ਕਿਉਂ ਕੀਤਾ, ਜਦਕਿ ਪਤਾ ਕਿ ਇਸ ਦਾ ਹਨਾ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਨਹੀਂ ਚੱਲਿਆ ਇਹ ਚੀਜ਼, ਹਨਾ ਸਿਰਫ ਅਮਰੀਕਾ ਦੇ ਵਿੱਚ ਵੀ ਨਹੀਂ ਚੱਲਿਆ। ਯੂਰਪ ਦੇ ਵਿੱਚ ਤਾਂ ਚੱਲ ਰਿਹਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਸਬਸਿਡੀ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ, ਠੀਕ ਆ। ਤੇ ਤੁਹਾਨੂੰ ਲੱਗਦਾ ਕਿ ਆਪਣੀ ਸਰਕਾਰ ਇੰਨਾ ਪੈਸਾ ਦੇ ਦੂਗੀ ਜਿੰਨਾ ਯੂਰਪ ਦੇ ਰਹੀ ਆ? ਇਹ ਸਾਰੇ ਪੰਜਾਬ ਨੂੰ ਖਾਣ ਦੇ ਤਰੀਕੇ ਨੇ। ਪਹਿਲਾਂ ਤਾਂ ਉਹ ਬਿਹਾਰ ਨੂੰ ਖਾ ਗਏ, ਹਨਾ, ਉੱਥੇ ਹੁਣ ਕਿਸਾਨੀ ਇੰਨੀ ਰਹੀ ਨਹੀਂ। ਜਿਹੜੇ ਹੈਗੇ ਆ 10-15 ਕਿੱਲੇ ਵਾਲੇ, ਉਹ ਤਾਂ ਆਪਣੇ ਕੋਲ ਆਉਂਦੇ ਆ ਮਜ਼ਦੂਰੀ ਕਰਨ, ਜਿਨ੍ਹਾਂ ਕੋਲ ਹੈਗੇ ਆ ਹੋਰ ਮਤਲਬ ਉਹ ਜਾਂਦੇ ਆ ਵੱਡੀਆਂ ਮੰਡੀਆਂ ਦੇ ਵਿੱਚ ਵੇਚਣ, ਤੇ ਕਈ ਮਤਲਬ ਕਿ ਖੇਤੀ ਛੱਡਤੀ ਆ ਗਈਆਂ ਨੇ ਤੇ ਹਨਾ ਹੋਰ ਜੌਬਸ ਦੇ ਵਿੱਚ ਲੱਗ ਗਏ ਆ। ਫਿਰ ਮਤਲਬ ਸਮਝਣ ਵਾਲੀ ਗੱਲ ਆ ਕਿ ਉੱਥੇ ਨਹੀਂ ਚੱਲਿਆ ਤਾਂ ਹੁਣ ਪੰਜਾਬ ਦੇ ਵਿੱਚ ਕਿਉਂ, ਹਨਾ। ਸੋ ਗਾਇਸ, ਜਿਹੜਾ ਦੂਸਰਾ ਬਿੱਲ ਆ ਉਹ ਹੈਗਾ ਦ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਬਿੱਲ। ਸੋ ਜਿਹੜਾ ਇਹ ਬਿੱਲ ਆ, ਇਸ 'ਚ ਸਰਕਾਰ ਨੇ ਕਿਹਾ ਕਿ ਤੁਹਾਡੇ ਨਾਲ ਕੋਈ ਵੀ ਇਨਸਾਨ ਜਾਂ ਕੋਈ ਵੀ ਕੰਪਨੀ ਜਾਂ ਪ੍ਰਾਈਵੇਟ ਕੰਪਨੀ ਜਾਂ ਕੋਈ ਵੀ ਕੰਪਨੀ ਆ ਕੇ ਕਿਸਾਨ ਨਾਲ ਐਗਰੀਮੈਂਟ ਕਰ ਸਕਦੀ ਆ 10 ਤੋਂ 15 ਸਾਲ ਦਾ, ਜਿੰਨਾ ਵੀ ਐਗਰੀਮੈਂਟ ਉਹ ਕਰਨਾ ਚਾਹਵੇ। ਜਿਹੜੀ ਸਰਕਾਰ ਕਹਿ ਰਹੀ ਹੈ ਕਿ ਇਸ 'ਚ ਕਿਸਾਨਾਂ ਦਾ ਬੈਨੀਫਿਟ ਆ ਕਿ ਉਹਨਾਂ ਦੀ ਜਿਹੜੀ ਫਸਲ ਦਾ ਰੇਟ ਆ ਉਹ ਵੇਚਣ ਤੋਂ ਪਹਿਲਾਂ
ਤੈਅ ਹੋ ਜਾਊਗਾ ਤੇ ਵੀ ਕਿਸਾਨ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੋਊਗੀ। ਇੱਕ ਫਿਕਸ ਪ੍ਰਾਈਸ ਹੋਊਗਾ, ਫਿਕਸ ਪ੍ਰਾਈਸ ਹੋਊਗਾ ਤੇ ਉਹਦੇ ਤੇ ਬਾਅਦ ਚ ਵਿਕੂਗੀ। ਸੋ ਗਾਇਸ ਇਸ ਬਿੱਲ ਨਾਲ ਫਾਰਮਰ ਇਦਾਂ ਫਸ ਸਕਦਾ ਹੈ, ਜਿੱਦਾਂ ਮੰਨ ਲਓ ਫਾਰਮਰ ਨੇ ਕਿਸੇ ਨਾਲ ਐਗਰੀਮੈਂਟ ਸਾਈਨ ਕੀਤਾ ਕਿਸੇ ਬੰਦੇ ਨਾਲ ਜਾਂ ਕਿਸੇ ਕੰਪਨੀ ਨਾਲ, ਕਿਸਾਨ ਆ ਜਿਹੜਾ ਹੁਣ ਫਸਲ ਬੀਜਣ ਲੱਗਿਆ ਤੇ ਜਦੋਂ ਕੱਟੂਗਾ ਉਹ ਜਿਹੜਾ ਬਾਇਰ ਹੈ ਉਸ ਤੋਂ 2000 ਰੁਪਏ ਚ ਲਊਗਾ ਹਨਾ। ਇਹ ਉਹਨਾਂ ਨੇ ਇੱਕ ਫਿਕਸ ਪ੍ਰਾਈਸ ਰੱਖ ਲਿਆ, ਪਰ ਜਦੋਂ ਵੇਚਣ ਦੀ ਵਾਰੀ ਆਉਂਦੀ ਆ ਉਦੋਂ ਰੇਟ ਚੱਲ ਰਿਹਾ ਹੋਊਗਾ, ਐਗਜ਼ਾਮਪਲ ਲੈ ਲਓ ਤੁਸੀਂ ਵੀ ਰੇਟ ਚੱਲ ਰਿਹਾ 2500, ਪਰ ਕਿਸਾਨ ਨੂੰ 2000 ਹੀ ਮਿਲੂਗਾ, ਉਹ 2500 ਨਹੀਂ ਕਰ ਸਕਦਾ। ਪਰ ਜੇ ਫਸਲ ਦਾ ਜਿਹੜਾ ਰੇਟ ਆ ਉਹ ਘੱਟ ਚੱਲ ਰਿਹਾ, ਮੰਨ ਲਓ 1700 1500 ਹੋ ਗਿਆ ਹਨਾ, ਤਾਂ ਜਿਹੜਾ ਬਾਇਰ ਆ ਉਹ ਕੋਈ ਵੀ ਕਮੀ ਕੱਢ ਕੇ ਹਨਾ, ਫਸਲ ਦਾ ਰੰਗ ਨਹੀਂ ਸਹੀ ਆ, ਮਤਲਬ ਛੋਟਾ ਮੋਟਾ ਦਾਣਾ ਆ, ਵੱਡਾ ਦਾਣਾ ਆ, ਛੋਟਾ ਦਾਣਾ ਏਦਾਂ ਕਰ ਕਰਕੇ ਕੋਈ ਬਹਾਨੇ ਲਾ ਕੇ ਤਾਂ ਉਹ ਇਨਕਾਰ ਕਰ ਸਕਦਾ ਕਿ ਉਹਨੇ ਬਹਾਨੇ ਲਾ ਸਕਦਾ ਕਿ ਉਹਨੇ ਫਸਲ ਨਹੀਂ ਲੈਣੀ ਕਿਉਂਕਿ ਉਹਨੂੰ ਇੱਥੇ ਨੁਕਸਾਨ ਹੋ ਰਿਹਾ, ਤੇ ਉਹ ਰੇਟ ਘੱਟ ਕਰ ਸਕਦਾ, ਬਟ ਕਿਸਾਨ ਆਪਦਾ ਰੇਟ ਵਧਾ ਨਹੀਂ ਸਕਦਾ। ਹਾਂ, ਤੇ ਇਹ ਗੱਲ ਤੇ ਕਿਸਾਨ ਆ ਜਿਹੜਾ ਉਹ ਕੋਰਟ 'ਚ ਨਹੀਂ ਜਾ ਸਕਦਾ। ਸਭ ਤੋਂ ਵੱਡੀ ਵੀਰੇ ਇਹੀ ਗੱਲ ਆ ਕਿ ਤੁਸੀਂ ਕੋਰਟ ਨਹੀਂ ਜਾ ਸਕਦੇ, ਕੋਈ ਤੁਹਾਡੀ ਯਾਰ ਕੋਰਟ ਯਾਰ ਸਭ ਦਾ ਹੱਕ ਆ ਕੋਰਟ 'ਚ ਜਾਣਾ ਹਨਾ, ਹਰ ਇੱਕ ਇਨਸਾਨ ਦਾ, ਤੇ ਫਾਰਮਰਸ ਤੋਂ ਇਹ ਚੀਜ਼ ਖੋਈ ਜਾ ਰਹੀ ਆ ਕਿ ਤੁਸੀਂ ਕੋਰਟ ਨਹੀਂ ਜਾ ਸਕਦੇ। ਬਿਲਕੁਲ। ਤੇ ਕਹਿੰਦੇ SDMDC ਜਿਵੇਂ ਵੀ ਜਿਹੜੇ ਵੀ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਤੁਸੀਂ ਜਾ ਸਕਦੇ ਹੋ, ਉਹ ਸਰਕਾਰ ਆਪਣੀ ਪ੍ਰੋਬਲਮ ਲੈ ਕੇ ਜਾ ਸਕਦੇ ਵੀਰੇ ਉੱਥੇ ਕਿਹਨੇ ਸੁਣੀ ਆ ਯਾਰ, ਕਿਸਾਨਾਂ ਦੀ ਕਿਹਨੇ ਸੁਣੀ ਆ? ਇੱਕ ਕੋਰਟ ਹੀ ਤਾਂ ਸੀਗਾ ਜਿੱਥੇ ਮਾੜੀ ਮੋਟੀ ਸੁਣੀ ਜਾਂਦੀ ਸੀ, ਤੇ ਉਹ ਵੀ ਕਿੰਨੇ ਸਾਲਾਂ ਬਾਅਦ ਕਿੰਨੇ ਧੱਕੇ ਧੁੱਕੇ ਖਾ ਕੇ ਚੱਲ ਕਿਸਾਨ ਦੀ ਮਾੜੀ ਮੋਟੀ ਸੁਣੀ ਜਾਂਦੀ ਸੀ ਕੋਰਟ 'ਚ। ਹੁਣ ਤਾਂ ਉਹ ਵੀ ਖੋਲ ਲਿਆ, ਹੁਣ ਤਾਂ ਕਹਿੰਦੇ ਉੱਥੇ ਵੀ ਨਹੀਂ ਤੁਸੀਂ ਜਾ ਸਕਦੇ। ਬਿਲਕੁਲ। ਹੁਣ ਤਾਂ ਜਿਵੇਂ ਲਿਖਿਆ ਗਿਆ ਵੀ ਹਾਂ ਭਾਈ ਆਹ ਫਲਾਣੇ ਨੇ ਮੰਡੀ 'ਚ ਫਸਲ ਸਿੱਟੀ, ਤੇ ਆਪਾਂ ਨੂੰ ਜੇ ਇੱਕ ਵਾਰ ਲਿਖਿਆ ਗਿਆ ਨਾ ਤਾਂ ਤੁਹਾਨੂੰ ਪੈਸੇ ਮਿਲਣਗੇ, ਤੁਹਾਡੇ ਪੈਸੇ ਨਹੀਂ ਦੱਬਦੇ। ਪਰ ਜੇ ਪ੍ਰਾਈਵੇਟ ਪਲੇਅਰ ਨੇ, ਕਿਸੇ ਨੇ ਪ੍ਰਾਈਵੇਟ ਕੰਪਨੀਆਂ ਨੇ ਤੁਹਾਨੂੰ ਕਹਿਤਾ ਵੀ ਅਸੀਂ ਪੈਸੇ ਨਹੀਂ ਦਿੰਦੇ ਜਾਂ ਤੁਹਾਡੇ ਕਿਤੇ ਨਾ ਕਿਤੇ ਪੈਸੇ ਫਸ ਗਏ, ਤੁਸੀਂ ਵੀਰੇ ਕੋਰਟ ਵੀ ਨਹੀਂ ਜਾ ਸਕਦੇ, ਕਢਾ ਨਹੀਂ ਸਕਦੇ। ਆਪਾਂ ਤਾਂ ਫਾਰਮਰਸ ਫਿਰ ਕੋਰਟ ਵੀ ਨਹੀਂ ਜਾ ਸਕਦੇ, ਫਿਰ ਕਿੱਥੋਂ ਲਵਾਂਗੇ ਪੈਸੇ, ਕੌਣ ਦਊਗਾ ਆਪਾਂ ਨੂੰ ਪੈਸੇ? ਫਿਰ ਉੱਥੇ ਫਿਰ ਫਾਰਮਰਸ ਮਰੋ। ਜਿਹੜੀ GDP ਇੰਡੀਆ ਦੀ ਕੱਲਾ ਐਗਰੀਕਲਚਰ ਹੀ ਪ੍ਰੋਫਿਟ ਚੱਲ ਰਿਹਾ, ਬਾਕੀ ਸਾਰਾ ਕੁਝ ਲਾਸ ਚੱਲ ਰਿਹਾ। ਤਾਂ ਬਾਕੀ ਜੇ ਸਰਕਾਰ ਨੇ ਸੁਧਾਰਨੀ ਹੈ ਤਾਂ ਉਹਨਾਂ ਚੀਜ਼ਾਂ ਨੂੰ ਸੁਧਾਰ ਲਏ ਜਿਹੜਾ ਲਾਸ ਚੱਲ ਰਹੀ ਹੈ, ਜਿਹੜੀ ਪ੍ਰੋਫਿਟ ਚ ਚੀਜ਼ ਚੱਲ ਰਹੀ ਹੈ ਉਹਨੂੰ ਹੀ ਕਿਉਂ ਛੇੜਨਾ? ਮੈਨੂੰ ਇਹ ਸਮਝ ਨਹੀਂ ਆਉਂਦੀ ਹੈ ਤੱਕ ਕਿ ਕੀ ਸਰਕਾਰ ਚਾਹੁੰਦੀ ਕਿ ਇੰਡੀਆ ਨੂੰ ਡੋਬਤਾ ਨਾ। ਸੱਚੀ ਇਹ ਜੀ ਸਰਕਾਰਾਂ ਨੇ ਨਾ ਡੋਬਤਾ ਇੰਡੀਆ, ਮਤਲਬ ਐ ਲੱਗੇ ਹੋਏ ਨੇ ਸਾਰੇ ਵੀ ਇੰਡੀਆ ਨੂੰ ਛੇਤੀ ਖਤਮ ਕਰ ਦਈਏ ਬਸ। ਸੋ ਗਾਇਸ ਜਿਹੜਾ ਤੀਜਾ ਬਿੱਲ ਹੈਗਾ ਉਹ ਹੈਗਾ ਆ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਆਰਡੀਨੈਂਸ, ਤੇ ਇਹ ਜਿਹੜਾ ਬਿੱਲ ਆ ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਊਗਾ ਆਮ ਜਨਤਾ ਆਪਣੇ ਵਰਗਿਆਂ ਨੂੰ। ਸੋ ਕਿਸਾਨਾਂ ਨੂੰ ਏਦਾਂ ਲੱਗ ਰਿਹਾ ਕਿ ਇਹ ਬਿੱਲ ਉਹਨਾਂ ਨੂੰ ਇਫੈਕਟ ਨਹੀਂ ਕਰੂਗਾ, ਬਟ ਉਹਨਾਂ ਨੂੰ ਤਾਂ ਇਫੈਕਟ ਕਰੂਗਾ ਹੀ। ਇਹ ਜਿਹੜੇ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਇਫੈਕਟ ਕਰੂਗਾ। ਇਫੈਕਟ ਇਹ ਐਦਾਂ ਕਰੂਗਾ ਕਿਉਂਕਿ ਪ੍ਰਾਈਵੇਟ ਕੰਪਨੀਆਂ ਨੂੰ ਅਧਿਕਾਰ ਦੇ ਰਹੀ ਆ ਸਰਕਾਰ ਕਿ ਤੁਸੀਂ ਜਿਹੜੀਆਂ ਐਸੈਂਸ਼ੀਅਲ ਚੀਜ਼ਾਂ ਨੇ, ਠੀਕ ਆ, ਫਸਲਾਂ ਨੇ, ਦਾਲਾਂ ਨੇ, ਇਹਨਾਂ ਨੂੰ ਸਟੋਰ, ਅਨਾਜ ਆ ਜਿਹੜਾ, ਇਹਨਾਂ ਨੂੰ ਇਸ ਚੀਜ਼ ਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ, ਜਿਹੜਾ ਪਹਿਲਾਂ ਉਹਨਾਂ ਕੋਲ ਅਧਿਕਾਰ ਹੈ ਨਹੀਂ ਸੀਗਾ, ਉਹ ਨਹੀਂ ਸਟੋਰ ਕਰ ਸਕਦੇ ਸੀਗੇ। ਕੋਈ ਵੀ ਬੰਦਾ ਸਟੋਰ ਕਿਉਂ ਖੋਲਦਾ, ਸਟੋਰ ਕਿਉਂ ਕਰਦਾ ਕਿਸੇ ਚੀਜ਼ ਨੂੰ, ਤਾਂ ਕਿ ਉਹ ਜਦੋਂ ਰੇਟ ਵੱਧ ਹੋ ਸਕੇ ਤਾਂ ਉਦੋਂ ਵੇਚ ਸਕੇ, ਤਾਂ ਉਹ ਕੰਪਨੀਆਂ ਉਹ ਸਟੋਰ ਕਰ ਲੈਣਗੀਆਂ। ਤਾਂ ਜਦੋਂ ਵੀ ਸ਼ਾਰਟੇਜ ਆਊਗੀ ਹਨਾ ਕਿਸੇ ਵੀ ਅਨਾਜ ਦੀ, ਫਿਰ ਇਹ ਸਟੋਰ ਜਿਹੜੇ ਕੀਤੇ ਹੋਏ ਹੋਣਗੇ, ਅਨਾਜ ਸਟੋਰ ਕੀਤੇ ਹੋਏ ਹੋਣਗੇ, ਉਹਨਾਂ ਨੂੰ ਕੱਢਣਗੇ ਤੇ ਇੰਨੇ ਭਾਰੀ ਮੁੱਲ ਚ ਉਹਨੂੰ ਵੇਚਣਗੇ। ਸੋ ਜਿਵੇਂ ਕਿ ਪਿਆਜ਼ ਦਾ ਰੇਟ ਵਧਿਆ ਤਾਂ ਲੋਕ ਗਰੀਬਾਂ ਨੇ ਤਾਂ ਪਿਆਜ਼ ਖਾਣਾ ਛੱਡਤਾ ਸੀ ਉਸ ਟਾਈਮ, ਬਟ ਜਦੋਂ ਇਹਨਾਂ ਚੀਜ਼ਾਂ ਦਾ ਰੇਟ ਵਧੂਗਾ, ਅੰਨ ਦਾ, ਦਾਲਾਂ ਦਾ, ਇਸ ਚੀਜ਼ਾਂ ਦਾ ਵੀ ਰੇਟ ਅਸਮਾਨ ਨੂੰ ਛੂਗਾ, ਉਦੋਂ ਗਰੀਬ ਕੀ ਕਰੂਗਾ? ਉਦੋਂ ਕੀ ਖਾਊਗਾ? ਪਿਆਜ਼ ਬਿਨਾਂ ਤਾਂ ਇਨਸਾਨ ਜਿਉਂਦਾ ਰਹਿ ਸਕਦਾ, ਬਟ ਅਨਾਜ ਬਿਨਾਂ ਕਿਵੇਂ ਜਿਉਂਦਾ ਰਹੂਗਾ? ਗੱਲ ਤਾਂ ਇਹ ਸੋਚਣ ਵਾਲੀ ਹੈ ਨਾ। ਇਹ ਜੀਆਂ ਨੇ ਸਰਕਾਰਾਂ ਹਨਾ, ਮੈਨੂੰ ਸਮਝ ਨਹੀਂ ਆਉਂਦਾ ਇਹਨਾਂ ਦਾ ਦਿਲ ਹੈਗਾ ਕਿ ਨਹੀਂ ਹੈਗਾ, ਕਿਉਂਕਿ ਆਪ ਤਾਂ ਇਹਨਾਂ ਨੇ ਆਪਣੇ ਘਰ-ਬਾਰ ਸਾਰੇ ਭਰ ਰੱਖੇ ਨੇ ਹਨਾ ਪੈਸਿਆਂ ਨਾਲ। ਕਈ ਲੋਕ ਨੇ ਸੋਸ਼ਲ ਮੀਡੀਆ ਤੇ ਬੋਲ ਰਹੇ ਆ ਵੀ ਕਿਸਾਨਾਂ ਨੂੰ ਤਾਂ ਅਕਲ ਨਹੀਂ ਹੈਗੀ ਜੀ, ਇਹਨਾਂ ਦੇ ਤਾਂ ਹੱਕ ਚ ਇਹ ਚੀਜ਼। ਸੋ ਇਹ ਉਹ ਇਨਸਾਨ ਨੇ ਜਿਹੜੇ ਕਿ ਜ਼ਿਆਦਾਤਰ ਸਰਕਾਰੀ ਨੌਕਰੀਆਂ ਕਰ ਰਹੇ ਆ ਜਾਂ ਫਿਰ ਉਹ ਆਪਣੇ ਬਿਜ਼ਨਸ ਖੋਲੇ ਹੋਏ ਨੇ ਉਹਨਾਂ ਨੇ, ਉਹ ਇਨਸਾਨ ਬੋਲ ਰਿਹਾ। ਸੋ ਜਿਹੜੇ ਨੌਕਰੀਆਂ ਕਰਦੇ ਆ, ਸਰਕਾਰੀ ਨੌਕਰੀ ਕਰਦੇ ਆ ਜਾਂ ਕੋਈ ਬਿਜ਼ਨਸ ਨੇ, ਉਹ ਜਿਹੜੇ ਬੋਲਦੇ ਆ, ਮੈਂ ਉਹਨਾਂ ਨੂੰ ਗੱਲ ਦੱਸ ਦੇਣਾ ਚਾਹਣਾ ਕਿ ਜਦੋਂ ਤੁਸੀਂ ਯਾਰ ਰੋਟੀ ਤੁਹਾਨੂੰ ਸ਼ਾਮ ਨੂੰ ਮਿਲਦੀ ਆ, ਤੁਸੀਂ ਇੱਕ ਕਿਸਾਨ ਨੂੰ ਬੋਲ ਕੇ ਕਿੱਦਾਂ ਖਾ ਲੈਂਦੇ ਹੋ? ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ। ਠੀਕ ਆ, ਕਿਸਾਨ ਨੂੰ ਇੱਕ ਤਾਂ ਮਾੜਾ ਬੋਲ ਰਹੇ ਹੋ, ਇੱਕ ਉਸੇ ਦੀ ਪ੍ਰੋਡਿਊਸ ਕੀਤੀ ਹੋਈ ਚੀਜ਼ ਆਪਣੇ ਸ਼ਾਮ ਨੂੰ ਤੁਸੀਂ ਖਾਂਦੇ ਹੋ ਤੇ ਬੱਚਿਆਂ ਨੂੰ ਦਿੰਦੇ ਹੋ। ਠੀਕ ਆ, ਕਿਸਾਨ ਨੂੰ ਮਾੜਾ ਬੋਲ ਕੇ, ਠੀਕ ਆ, ਕਿੱਥੇ ਦੀ ਸਮਝਦਾਰੀ ਆ? ਸੋ ਜਿਹੜੇ ਖੇਤ ਹੁੰਦੇ ਆ ਨਾ, ਉਹ ਕਿਸਾਨਾਂ ਦੇ ਪੁੱਤਾਂ ਵਰਗੇ ਹੁੰਦੇ ਆ, ਆਪਣੇ ਪੁੱਤਾਂ ਵਾਂਗੂ ਰੱਖਦੇ ਹਨਾ, ਆਪਣੇ ਬੱਚਿਆਂ ਤੋਂ ਜ਼ਿਆਦਾ ਵੱਧ ਕੇ ਹੁੰਦੇ ਆ। ਤੇ ਇਹ ਜਿਹੜੀ ਸਾਜ਼ਿਸ਼ਾਂ ਨੇ ਕਿਸਾਨਾਂ ਤੋਂ ਉਹਨਾਂ ਦੇ ਖੇਤ ਹਨਾ ਲੈਣ ਦੀਆਂ ਹੀ ਨੇ ਫਿਊਚਰ ਦੇ ਵਿੱਚ।
ਸੋ ਇਹ ਜਿਹੜਾ ਕੁਝ ਹੋ ਰਿਹਾ ਹੈ ਬਹੁਤ ਜ਼ਿਆਦਾ ਗਲਤ ਆ। ਸੋ ਗਾਇਸ ਜਿਹੜਾ ਯੂਥ ਆ ਨਾ ਉਹਨੂੰ ਲੋੜ ਆ ਕਿ ਉਹ ਸਟੈਂਡ ਲਵੇ ਇਸ ਟਾਈਮ, ਕਿਉਂਕਿ ਇਹ ਸਰਕਾਰਾਂ ਨੂੰ ਆਪਾਂ ਬਣਾਉਣੇ ਆ ਤੇ ਦੇਖ ਲਿਆ ਤੁਸੀਂ ਹਰ ਇੱਕ ਸਰਕਾਰ ਦਾ ਇਹੀ ਮਤਲਬ ਕੰਮ ਆ, ਠੀਕ ਆ ਨਾ। ਵੋਟਾਂ ਵੇਲੇ ਤੇ ਆ ਜਾਣਗੇ ਮਿੱਠੀਆਂ ਗੋਲੀਆਂ ਦੇਣ, ਠੀਕ ਆ, ਫਿਰ ਵਿੱਚ ਬਾਅਦ ਚ ਕੀ ਕਰਦੇ ਆ ਕੁਝ ਕਰਦੇ ਆ। ਤੇ ਆਪਾਂ ਨੂੰ ਲੋੜ ਨਹੀਂ ਹੈਗੀ ਯਾਰ ਇੰਨੇ ਤੁਸੀਂ ਅਨਪੜ੍ਹ ਬੰਦੇ ਨੂੰ ਤੁਸੀਂ ਇੰਡੀਆ ਥਮਾ ਰੱਖਿਆ। ਮਤਲਬ ਸੋਚਣ ਵਾਲੀ ਗੱਲ ਆ ਵੀ ਤੁਸੀਂ ਪੜ੍ਹੇ ਲਿਖੇ ਬੰਦੇ ਨੂੰ ਕਿਉਂ ਨਹੀਂ ਮੌਕਾ ਦਿੰਦੇ। ਜੇ ਉਹ ਤੁਸੀਂ ਵੋਟਾਂ ਵੇਲੇ ਉਹ ਤੁਹਾਨੂੰ ਹਨਾ 5-5000 ਜਾਂ ਇੱਕ ਬੋਤਲ ਪਿੱਛੇ ਹੀ ਬੰਦਾ ਵਿਕ ਜਾਂਦਾ ਆ, ਤੇ ਬਾਅਦ ਚ ਕੀ ਹੁੰਦਾ ਆ, ਤੁਹਾਡੇ ਪੱਲੇ ਕੁਛ ਨਹੀਂ ਰਹਿੰਦਾ ਹਨਾ, ਖਾਣ ਤੋਂ ਵੀ ਜਾਂਦੇ ਤੁਸੀਂ ਇੱਕ ਬੋਤਲ ਪਿੱਛੇ। ਥੋੜਾ ਜਿਹਾ ਤੁਸੀਂ ਅਕਲ ਲਾਓ, ਤੁਸੀਂ ਆਪਣਾ ਫਿਊਚਰ ਵੀ ਦੇਖੋ। ਸਿਰਫ ਉਹ 5000 ਨਾ ਦੇਖੋ, ਇੱਕ ਬੋਤਲ ਨਾ ਦੇਖੋ, ਆਪਣਾ ਫਿਊਚਰ ਦੇਖੋ ਵੀ ਅੱਗੇ ਕੀ ਹੋਊਗਾ। ਤੁਹਾਨੇ ਇੰਨੀਆਂ ਸਰਕਾਰਾਂ ਆਈਆਂ ਗਈਆਂ, ਸਾਰਿਆਂ ਦੇ ਹਾਲ ਦੇਖਿਆ ਤੁਸੀਂ, ਕਿਉਂ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਕਿਉਂ ਨਹੀਂ ਕੋਈ ਮੌਕਾ ਦਿੰਦੇ। ਬਸ ਅਸੀਂ ਤੁਹਾਨੂੰ ਇਹੀ ਰਿਕੁਐਸਟ ਕਰਨੀ ਆ ਕਿ ਪਲੀਜ਼ ਕਿਸਾਨਾਂ ਦੇ ਨਾਲ ਖੜੇ ਹੋਵੋ, ਤੇ ਅਸੀਂ ਵੀ ਖੜੇ ਆ। ਜਿੰਨੇ ਸਾਡੇ ਤੋਂ ਸਪੋਰਟ ਹੋ ਰਹੀ ਹੈ ਅਸੀਂ ਕਰ ਰਹੇ ਹਾਂ, ਜਿੰਨੀ ਤੁਹਾਡੇ ਤੋਂ ਹੋਏਗੀ ਤੁਸੀਂ ਕਰਿਓ। ਤੇ ਇਸੇ ਨਾਲ ਅਸੀਂ ਤੁਹਾਨੂੰ ਮਿਲਾਂਗੇ ਆਪਣੀ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ।